ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਰੋਨਾ ਵਾਇਰਸ ਗਲਤੀ ਮੰਨਣ ਤੋਂ ਇਨਕਾਰੀ ਸਰਕਾਰ। ਸਾਡੇ ਨਾਲ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ 'ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਤੁਸੀਂ। ਹਮੀਰ ਸਿੰਘ ਜੀ, ਭਾਰਤ ਦੇਸ਼ ਦੇ ਵਿੱਚ ਕਰੋਨਾ ਵਾਇਰਸ ਜਿਹੜਾ ਹੈਗਾ ਰੋਜ਼ਾਨਾ ਭਿਆਨਕ ਰੂਪ ਧਾਰਦਾ ਜਾ ਰਿਹਾ। ਲੱਖਾਂ ਦੀ ਗਿਣਤੀ 'ਚ ਕੇਸ ਪੋਜ਼ੀਟਿਵ ਆ ਰਹੇ ਨੇ। ਜੇਕਰ ਗੱਲ ਕਰੀਏ ਪਿਛਲੇ 4 ਦਿਨਾਂ ਤੋਂ ਲਗਾਤਾਰ 4 ਲੱਖ ਤੋਂ ਵੱਧ ਰੋਜ਼ਾਨਾ ਪੋਜ਼ੀਟਿਵ ਕੇਸ ਆ ਰਹੇ ਨੇ। ਉੱਥੇ ਹੀ 4000 ਦੇ ਕਰੀਬ ਲੋਕਾਂ ਦੀ ਜਿਹੜੀ ਹੈ ਮੌਤ ਸਾਹਮਣੇ ਆ ਰਹੀ ਹੈ ਕਿ ਕਰੋਨਾ ਕਰਕੇ ਹੋ ਰਹੀ ਹੈ। ਕੇਂਦਰ ਸਰਕਾਰ ਵੱਲੋਂ ਕਰੋਨਾ ਦੀ ਰੋਕਥਾਮ ਲਈ ਜਿਹੜੇ ਵੀ ਫੈਸਲੇ ਲਏ ਜਾ ਰਹੇ ਨੇ ਉਹ ਕੋਈ ਵੀ ਕਾਮਯਾਬ ਹੁੰਦੇ ਦਿਖਾਈ ਨਹੀਂ ਦੇ ਰਹੇ, ਬਲਕਿ ਉਲਟੇ ਹੀ ਪੈਂਦੇ ਦਿਖਾਈ ਦੇ ਰਹੇ ਨੇ। ਪਰ ਕੇਂਦਰ ਸਰਕਾਰ ਆਪਣੀ ਗਲਤੀਆਂ ਮੰਨਣ ਲਈ ਹਾਲੇ ਵੀ ਤਿਆਰ ਨਹੀਂ ਹੈ। ਜੇਕਰ ਗੱਲ ਕਰੀਏ ਚਾਹੇ ਉਹ RSS ਹੋਵੇ ਜਾਂ ਭਾਰਤੀ ਜਨਤਾ ਪਾਰਟੀ ਦੇ ਆਗੂ, ਅੰਦਰ ਖਾਤੇ ਬੈਠ ਕੇ ਤਾਂ ਗਲਤੀਆਂ ਮੰਨਦੇ ਦਿਖਾਈ ਦਿੰਦੇ ਨੇ ਵੀ ਕਿ ਹਾਂਜੀ ਸਾਡੀ ਸਰਕਾਰ ਇਹਨਾਂ ਕੰਮਾਂ ਲਈ ਕਮਜ਼ੋਰ ਰਹਿ ਰਹੀ ਹੈ, ਪਰ ਉਹ ਖੁੱਲ੍ਹ ਕੇ ਸਾਹਮਣੇ ਨਹੀਂ ਆ ਪਾ ਰਹੇ। ਇਹ ਸਾਰੇ ਵਰਤਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅਸਲ ਦੇ ਵਿੱਚ ਜਿਹੜਾ ਇਹ ਕਰੋਨਾ ਦਾ ਦੌਰ ਚੱਲਿਆ ਜਾਂ ਦੂਜੇ ਵੀ ਜਿਹੜੇ ਦੌਰ ਚੱਲਦੇ ਨੇ, ਜਿਹੜੀ ਤਾਕਤ ਹੈ ਉਹ ਇੰਨੀ ਜ਼ਿਆਦਾ ਸੈਂਟਰਲਾਈਜ਼ ਹੋ ਗਈ ਹੈ ਇੱਕ ਬੰਦੇ ਦੇ ਵਿੱਚ, ਜਿਹਦੇ ਕਰਕੇ ਜਿਹਦੇ ਪ੍ਰਧਾਨ ਮੰਤਰੀ ਤੱਕ, ਜਿਹਦੇ ਤੋਂ ਉਹਦੇ ਅੰਦਰਲੇ ਬੰਦੇ ਵੀ ਡਰਦੇ ਨੇ ਜੇ ਕਿਤੇ ਮੈਂ ਕੁਝ ਕਹਿ ਤਾ ਤਾਂ ਇਹ ਗੱਲ ਅੱਗੇ ਚਲੀ ਜਾਏਗੀ ਅਤੇ ਕੱਲ੍ਹ ਨੂੰ ਮੇਰੀ ਟਿਕਟ ਕੱਟੀ ਜਾਊ, ਜਾਂ ਬਾਕੀ ਦੀਆਂ ਚੀਜ਼ਾਂ ਵੀ ਜਿੰਨੀਆਂ ਵੀ ਥੋੜ੍ਹੀਆਂ ਬਹੁਤੇ ਪੋਲੀਟੀਕਲੀ ਜੋ ਲਾਹੇ ਲੈਣੇ ਹੁੰਦੇ ਨੇ ਉਹਨਾਂ ਦਾ ਮਾਮਲਾ। ਪਰ ਇਹ ਗੱਲ ਸਾਹਮਣੇ ਕਦੋਂ ਆਈ ਹੈ? ਇਹ ਗੱਲ ਸਾਹਮਣੇ ਆਈ ਹੈ ਜਿਵੇਂ ਇੰਡੀਅਨ ਐਕਸਪ੍ਰੈਸ ਨੇ ਕਾਫੀ ਲੋਕਾਂ ਨਾਲ ਗੱਲ ਕਰਕੇ ਇੱਕ ਨਿਊਜ਼ ਦਿੱਤੀ ਹੈ। ਉਹ ਗੱਲ ਇਹ ਹੈ ਕਿ RSS ਦੇ ਲੀਡਰਾਂ ਨਾਲ ਵੀ, ਉਹ ਯੂਨੀਅਨ ਮਿਨਿਸਟਰਾਂ ਨਾਲ ਵੀ, ਔਰ ਇਸੇ ਤਰ੍ਹਾਂ BJP ਦੇ ਵੀ ਕੁਝ ਸੀਨੀਅਰ ਆਗੂਆਂ ਦੇ ਨਾਲ, ਵੱਖ-ਵੱਖ ਆਗੂਆਂ ਨਾਲ ਗੱਲ ਕਰਨ 'ਤੇ ਜਦੋਂ ਬਹੁਤੇ ਤਾਂ ਟਾਲਾ ਵੱਟਦੇ ਹੀ ਨਜ਼ਰ ਆਉਂਦੇ ਨੇ। ਪਹਿਲਾਂ ਤਾਂ ਉਹ ਇਹੀ ਕਹਿੰਦੇ ਨੇ ਵੀ ਅਚਨਚੇਤ ਆ ਗਈ ਜੀ, ਇੰਨਾ ਸੋਚਿਆ ਹੀ ਨਹੀਂ ਸੀ, ਅਣ ਕੇ ਆਸਿਆ ਸੀ, ਐਡਾ ਵੱਡਾ ਇਹ ਰੂਪ ਬਦਲ ਕੇ ਇੰਨਾ ਇੱਕੋ ਦਮ ਹਮਲਾ ਕਰ ਦੇਗਾ ਵਾਇਰਸ, ਇਹ ਪਤਾ ਨਹੀਂ ਸੀ। ਹਾਲਾਂਕਿ ਇਹਨਾਂ ਦਲੀਲਾਂ 'ਚ ਤਾਂ ਕੋਈ ਵਜਨ ਨਹੀਂ ਹੈ। ਸਾਰੇ ਵਿਗਿਆਨੀਆਂ ਦੀਆਂ ਕਮੇਟੀਆਂ ਜਿਹੜੀਆਂ ਤੁਸੀਂ ਖੁਦ ਬਣਾਈਆਂ ਉਹ ਕਹਿ ਚੁੱਕੇ ਨੇ ਕਿ ਉਹਨਾਂ ਨੇ ਫਰਵਰੀ ਦੇ ਵਿੱਚ ਹੀ ਤੁਹਾਨੂੰ ਦੱਸਤਾ ਸੀ ਕਿ ਆਹ ਮਾਮਲਾ ਹੈ, ਔਰ ਉਸੇ ਦੇ ਵਿੱਚ ਇਹ ਦੱਸਿਆ ਵੀ ਗਿਆ ਕਿ ਲਗਭਗ ਅੱਧੀ ਫਰਵਰੀ ਤੋਂ ਜਦੋਂ ਮੁੰਬਈ ਦੇ ਵਿੱਚ ਬਹੁਤ ਵੱਡਾ ਆਕਸੀਜਨ ਦਾ ਸੰਕਟ ਖੜ੍ਹਾ ਹੋਇਆ, ਐਡੀਆਂ ਵੱਡੀਆਂ ਖਬਰਾਂ ਛਪਣ ਲੱਗੀਆਂ, ਉੱਥੋਂ ਹੀ ਅਨੁਮਾਨ ਕਿਉਂ ਨਹੀਂ ਲਾ ਰਿਹਾ ਸਾਡੇ ਦੇਸ਼ ਦੇ ਵਿੱਚ ਕਿ ਇਹਦੀ ਹੋਰ ਕਿੰਨੀ ਲੋੜ ਪਏਗੀ ਆਕਸੀਜਨ ਦੀ। ਹਾਲਾਂਕਿ ਸਮਾਂ ਵੀ ਹੈਗਾ ਸੀ ਫਰਵਰੀ ਤੋਂ ਲੈ ਕੇ ਉਦੋਂ ਤੱਕ। ਉਦੋਂ ਤੁਸੀਂ ਵੋਟਾਂ 'ਚ ਜਾਂ ਬਾਕੀ ਚੀਜ਼ਾਂ 'ਚ, ਹੋਰ ਚੀਜ਼ਾਂ 'ਚ ਗਲਤਾਨ ਸੀ, ਇਹਦੇ ਪ੍ਰਤੀ ਲਾਪਰਵਾਹੀ ਵਰਤੀ ਗਈ। ਦੂਜੀ ਗੱਲ ਇਹ ਹੈ ਕਿ ਇਹ ਵੀ ਇੱਕ ਵਰਤਾਰਾ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਪ੍ਰਧਾਨ ਮੰਤਰੀ ਨੇ ਵੀ ਜਦੋਂ ਪਹਿਲਾਂ ਆਪਣੀ ਗੱਲ ਕੀਤੀ, ਸਗੋਂ BJP ਨੇ ਕੀਤਾ ਕਿ ਇੱਕ ਨੈਸ਼ਨਲ ਬਾਡੀ ਦੀ ਮੀਟਿੰਗ ਹੁੰਦੀ ਹੈ, ਉਹ ਪ੍ਰਧਾਨ ਮੰਤਰੀ ਦੀ ਪ੍ਰੇਜ ਦੇ ਵਿੱਚ ਇੱਕ ਮਤਾ ਪਾਸ ਕਰਦੇ ਨੇ ਕਿ ਬਹੁਤ ਚੰਗੇ ਢੰਗ ਨਾਲ ਕਰੋਨਾ ਤੁਸੀਂ ਟੈਕਲ ਕਰ ਲਿਆ। ਅਤੇ ਉਹ ਜਦੋਂ ਤੁਸੀਂ ਇਹ ਚੀਜ਼ਾਂ ਕਰਨ ਲੱਗ ਜਾਂਦੇ ਹੋ, ਫਿਰ ਇਹਦਾ ਮਤਲਬ ਆਪਣੇ ਆਪ ਇਹ ਹੋ ਜਾਂਦਾ ਕਿ ਅਸੀਂ ਗੱਲ ਸਿਰੇ ਲਾ ਲਈ, ਅਸੀਂ ਤਾਂ ਖਤਮ ਕਰ ਲਿਆ। ਪਹਿਲੀ ਜਿਹੜੀ ਵੇਵ ਉਹ ਖਤਮ ਹੋ ਗਈ ਹੈ, ਹੁਣ ਸਦ ਆਊਗੀ ਨਹੀਂ ਆਏਗੀ ਉਹ ਅਲੱਗ ਸਵਾਲ ਹੈ। ਇਸੇ ਤਰੀਕੇ ਦੇ ਨਾਲ ਜਿਹੜੇ ਕੁਝ ਬੰਦੇ ਉਹਨਾਂ ਦੇ ਉਹ ਨਿਊਜ਼ ਇਹ ਕਹਿ ਰਹੀ ਹੈ ਕਿ ਕੁਝ ਬੰਦੇ ਅੰਦਰ ਖਾਤੇ ਮੰਨਦੇ ਨੇ। ਸਭ ਤੋਂ ਪਹਿਲੀ ਗੱਲ ਤਾਂ ਇਹ ਮੰਨਦੇ ਨੇ ਕਿ ਜਿੰਨੀ ਇਹ ਖਤਰਨਾਕ ਗੱਲ ਸੀ ਉਹਦੀ ਉਨੀ ਗੰਭੀਰਤਾ ਨਾਲ ਉਹਨੂੰ ਜਵਾਬ ਦੇਣ ਦੇ ਵਾਸਤੇ ਤਿਆਰੀ ਨਹੀਂ ਕੀਤੀ ਗਈ। ਦੂਜੀ ਗੱਲ ਇੱਕ ਹੋਰ ਵੀ ਹੈ, ਉਹ ਇਹ ਹੈ ਕਿ ਪ੍ਰਧਾਨ ਮੰਤਰੀ ਦਾ ਦਫ਼ਤਰ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਹੋ ਗਿਆ ਕਿ ਉਹਨੇ ਦੂਜੀਆਂ ਮਿਨਿਸਟਰੀਆਂ ਨਾਲ ਵੀ, ਚੀਫ ਮਿਨਿਸਟਰਾਂ ਨਾਲ ਵੀ, ਬਾਕੀ ਲੋਕਾਂ ਨਾਲ ਵੀ ਰਾਬਤਾ ਰੱਖਣਾ ਉਸ ਲੈਵਲ 'ਤੇ ਬੰਦ ਕਰਤਾ। ਇਹਦੇ ਨਾਲ ਫਿਰ ਕੀ ਹੋ ਜਾਂਦਾ ਕਿ ਤੁਹਾਨੂੰ ਜਿਹੜੀ ਜੈਨੂਅਨ ਠੀਕ ਤਰੀਕੇ ਦੀ ਫੀਡਬੈਕ ਹੈ, ਹੇਠਾਂ ਦੇ ਹਾਲਾਤ ਨੇ, ਉਹ ਆਉਣੇ ਬੰਦ ਹੋ ਜਾਂਦੇ ਨੇ। ਤੁਹਾਡੀ ਪ੍ਰੇਜ ਉੱਪਰੋਂ ਹੀ ਮਤਲਬ ਹੁੰਦੀ ਰਹਿੰਦੀ ਹੈ ਅਤੇ ਤੁਸੀਂ ਸਮਝਦੇ ਹੋ ਕਿ ਹਾਲਾਤ ਠੀਕ ਨੇ, ਇਸੇ ਤਰੀਕੇ ਨਾਲ ਚੱਲਦਾ ਰਹਿੰਦਾ ਵੀ ਇਹ ਗਲਤੀ ਹੈਗੀ ਹੈ, ਜੇਕਰ ਇਹਨੂੰ ਠੀਕ ਕੀਤਾ ਜਾਵੇ ਤਾਂ ਠੀਕ ਹੈ। ਅਗਲੀ ਗੱਲ ਇਹ ਵੀ ਹੈ ਇੱਕ ਬਹੁਤ ਵੱਡੀ ਜਿਹੜੀ, ਅਤੇ ਕੁਝ ਮੰਨਦੇ ਵੀ ਨੇ ਅਤੇ ਕੁਝ ਮੰਨਣ ਲਈ ਤਿਆਰ ਨਹੀਂ। ਜਿਵੇਂ ਕਈ ਸੂਬਿਆਂ ਦੇ ਮੁੱਖ ਮੰਤਰੀ ਨੇ, ਉਹ ਕੁਝ ਕਰ ਪਾਉਂਦੇ ਨੇ, ਨਹੀਂ ਕਰ ਪਾਉਂਦੇ ਨੇ, ਕਿੰਨੇ ਨੇ ਉਹ ਰੋਜ਼ ਵਾਂਗ ਲੋਕਾਂ ਨੂੰ ਆ ਕੇ ਸੰਬੋਧਿਤ ਹੁੰਦੇ ਨੇ ਕਿ ਆਹ ਕਰ ਰਹੇ ਹਾਂ, ਆਹ ਨਹੀਂ ਕਰ ਰਹੇ। ਕੇਂਦਰ ਦੇ ਵਿੱਚੋਂ ਪੋਲੀਟੀਕਲੀ ਪ੍ਰਧਾਨ ਮੰਤਰੀ ਆਪ ਜਾਂ ਕੋਈ ਇਹੋ ਜਿਹਾ ਸੀਨੀਅਰ ਮਿਨਿਸਟਰ ਜਿਹਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੋਵੇ, ਚਾਹੇ ਉਹ ਸਿਹਤ ਮੰਤਰੀ ਹੋਵੇ, ਚਾਹੇ ਉਹ ਕੋਈ ਹੋਰ ਮਿਨਿਸਟਰ ਦੀ ਜ਼ਿੰਮੇਵਾਰੀ ਹੋਵੇ, ਉਹ ਕੋਈ ਦੇਸ਼ ਦੇ ਸਾਹਮਣੇ ਆ ਕੇ ਗੱਲ ਨਹੀਂ ਕਰ ਰਿਹਾ ਰੈਗੂਲਰ, ਕਦੇ ਵੀ ਇਹ ਦੱਸ ਨਹੀਂ ਰਿਹਾ ਕਿ ਕੀ ਹਾਲਤ ਨੇ, ਕਿੰਨਾ ਪ੍ਰਬੰਧ ਹੋ ਗਿਆ, ਕੀ ਸੋਚਿਆ ਜਾ ਰਿਹਾ। ਮਤਲਬ ਉਹ ਛੁਪਾਈਆਂ ਜਾ ਰਹੀਆਂ ਚੀਜ਼ਾਂ ਨੇ। ਪ੍ਰਧਾਨ ਮੰਤਰੀ ਨੂੰ 15 ਦਿਨ ਹੋ ਗਏ ਜਦੋਂ ਉਹਨਾਂ ਨੇ ਗੱਲ ਕੀਤੀ ਸੀ ਪੂਰਾ ਟੈਲੀਵਿਜ਼ਨ 'ਤੇ ਆ ਕੇ ਲੋਕਾਂ ਨਾਲ। ਉਦੋਂ ਇਹੀ ਗੱਲ ਕੀਤੀ ਸੀ ਕਿ ਜੀ ਕਰੋਨਾ ਵਾਇਰਸ ਹੈਗਾ, ਉਹਦੇ ਅਸੀਂ ਪ੍ਰਬੰਧ ਕਰ ਰਹੇ ਹਾਂ ਅਤੇ ਅਸੀਂ ਰਾਜਾਂ ਨਾਲ ਵੀ ਤਾਲਮੇਲ ਕਰ ਰਹੇ ਹਾਂ, ਅਤੇ ਜਿਹੜਾ ਲਾਕਡਾਊਨ ਹੈ ਉਹ ਆਖਰੀ
ਜਿਹੜਾ ਫੈਸਲਾ ਹੋਏਗਾ ਇਹ ਸੂਬਾ ਸਰਕਾਰਾਂ ਕਰਨਗੀਆਂ। ਇੰਨਾ ਕਹਿ ਕੇ ਉਦੋਂ ਬਾਅਦ 15 ਦਿਨ ਤੱਕ ਪ੍ਰਧਾਨ ਮੰਤਰੀ ਖਾਮੋਸ਼ ਨਜ਼ਰ ਆ ਰਹੇ ਨੇ। ਇੱਕ ਕੈਬਨਿਟ ਦੀ ਮੀਟਿੰਗ ਹੋ ਗਈ ਬਸ, ਉਹਦੇ 'ਚ ਕੀ ਕੀਤਾ ਕੀ ਹੈ ਪਤਾ ਹੀ ਨਹੀਂ ਹੈ। ਅਤੇ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਸਾਹਮਣੇ ਆ ਰਹੀਆਂ ਨੇ ਉਹ ਬੇਭਰੋਸਗੀ ਦੀਆਂ ਆ ਰਹੀਆਂ ਨੇ। ਉਹ ਲੀਡਰ ਕੁਝ ਅੰਦਰੋਂ ਅੰਦਰ ਇਹ ਮੰਨਦੇ ਨੇ ਕਿ ਲੋਕਾਂ 'ਚ, ਕਿਉਂਕਿ ਉਹਦਾ ਲਾਈਨ ਹੀ ਇਹ ਹੈ ਕਿ ਘਰ ਘਰ ਡਰ ਅਤੇ ਸਹਿਮ ਪੈਦਾ ਹੋ ਗਿਆ ਦੇਸ਼ ਦੇ, ਅਤੇ ਉਹਨੂੰ ਉਹ ਡਰ ਕੱਢਣ ਦੇ ਵਾਸਤੇ, ਉਹਦੀ ਵਿਉਂਤਬੰਦੀ ਦੇ ਵਾਸਤੇ ਤੁਹਾਨੂੰ ਮੁੜ ਕੇ ਲੋਕਾਂ ਨੂੰ ਭਰੋਸੇ 'ਚ ਲੈਣਾ ਪਏਗਾ। ਮੁੜ ਕੇ ਲੋਕ ਭਰੋਸੇ 'ਚ ਉਦੋਂ ਆਉਣਗੇ। ਇੱਕ ਹੋਰ ਲੀਡਰ ਨੇ ਕਿਹਾ ਕਿ ਜੇ ਹੁਣੇ ਇਹ ਭਾਸ਼ਣਾਂ ਦਾ ਦੌਰ ਨਹੀਂ, ਜੇਕਰ ਆ ਕੇ ਲੀਡਰ ਭਾਸ਼ਣ ਕਰਨ ਲੱਗ ਜਾਣਗੇ ਲੋਕਾਂ ਨੇ ਨਹੀਂ ਸੁਣਨਾ, ਲੋਕਾਂ ਨੇ ਗੁੱਸੇ ਹੋ ਜਾਣਾ। ਇਹ ਨਤੀਜੇ ਦਿਖਾਉਣ ਦਾ ਦੌਰ ਹੈ। ਜੇ ਕੁਝ ਨਤੀਜੇ ਆਉਣਗੇ ਫਿਰ ਉਹ ਗੱਲ ਕਰਨਗੇ, ਫਿਰ ਠੀਕ ਹੈ। ਮਤਲਬ ਇਹੋ ਜਿਹੀ ਉਲਝਣ 'ਚ ਹੈ, ਉਹ ਆਪਸ 'ਚ ਹੀ ਡਰੇ ਹੋਏ ਨੇ ਵੀ ਜਾ ਕੇ TV 'ਤੇ ਲੋਕਾਂ ਦੇ ਸਾਹਮਣੇ ਹੋਇਆ ਹੋ ਜਾਵੇ, ਇਹਨੂੰ ਲੋਕ ਕਿਵੇਂ ਲੈਣਗੇ, ਠੀਕ ਲੈਣਗੇ ਜਾਂ ਨਹੀਂ ਲੈਣਗੇ। ਅਤੇ ਜੇ ਹੋਇਆ ਜਾਵੇ, ਜੇ ਠੀਕ ਲੈਣਗੇ ਤੇ ਤਾਂ ਗਰੰਟੀ ਹੋਵੇ, ਗਰੰਟੀ ਕੌਣ ਦੇਗਾ, ਕਿਉਂਕਿ ਲੋਕਾਂ 'ਚ ਬੇਚੈਨੀ ਹੈ। ਇਸ ਤਰ੍ਹਾਂ ਇਸ ਉਲਝਣ 'ਚ ਜਦੋਂ ਬਹੁਤ ਟੌਪ ਦੀ ਬਾਡੀ ਜਿਹੜੀ ਸਭ ਤੋਂ ਜ਼ਿਆਦਾ ਫੈਸਲਾ ਕੁਨ ਤਾਕਤ ਰੱਖਦੀ ਹੈ, ਗੌਰਮੈਂਟ ਆਫ ਇੰਡੀਆ, ਉਹ ਫਸੀ ਦਿਖਾਈ ਦਿੰਦੀ ਹੋਵੇਗੀ, ਤਾਂ ਫਿਰ ਐਡੀ ਵੱਡੀ ਮਹਾਂਮਾਰੀ ਨਾਲ ਜਾਂ ਇਸ ਤਰੀਕੇ ਨਾਲ ਲੜਨਾ ਬੜਾ ਮੁਸ਼ਕਲ ਕੰਮ ਹੋ ਜਾਂਦਾ, ਕਿਉਂਕਿ ਕਨਫਿਊਜ਼ਨ ਰਹਿੰਦਾ, ਉਲਝਣ ਪੈਦਾ ਹੋਈ ਜਾਂਦੀ ਹੈ। ਔਰ ਉਸੇ ਉਲਝਣ ਦੇ ਵਿੱਚੋਂ ਫਿਰ ਲੋਕ ਆਪੋ ਆਪਣਾ ਨਤੀਜਾ ਕੱਢਦੇ ਨੇ, ਅਤੇ ਹੋਰ ਕੋਈ ਤੁਹਾਨੂੰ ਕਲੀਅਰ ਕੱਟ ਨਜ਼ਰੀਆ ਨਹੀਂ ਆਉਂਦਾ, ਕੋਈ ਰੋਡ ਮੈਪ ਨਹੀਂ ਹੁੰਦਾ, ਕੋਈ ਸਾਹਮਣੇ ਕਿਸ ਤਰਤੀਬ ਦੇ ਵਿੱਚ ਕੀ ਚੀਜ਼ਾਂ ਹੋਣੀਆਂ ਨੇ ਉਹ ਨਹੀਂ ਹੁੰਦੀਆਂ। ਇਹ ਸਾਰੀਆਂ ਗੱਲਾਂ ਅਜੇ ਤੱਕ ਵੀ ਇਸੇ ਤਰੀਕੇ ਨਾਲ ਨੇ। ਪ੍ਰਧਾਨ ਮੰਤਰੀ ਹੁਣ 3-4 ਦਿਨਾਂ ਤੋਂ ਲੱਗੇ ਨੇ, ਕਦੇ 4 ਚੀਫ ਮਿਨਿਸਟਰਾਂ ਨਾਲ ਗੱਲ ਕਰ ਲਈ, 4 ਨਾਲ ਗੱਲ ਕਰ ਲਈ, 4 ਨਾਲ ਕਿਉਂ ਨਹੀਂ ਸਾਰਿਆਂ ਨਾਲ, ਇਕੱਲੇ ਨਾਲ ਵੀ ਜੇ ਬੈਠ ਕੇ ਬਹਿਬੋ, ਜੇ ਉਹ ਡਾਇਰੈਕਟਲੀ ਵੀ ਗੱਲ ਹੋਵੇ, ਲੋਕਾਂ ਨੂੰ ਪਤਾ ਲੱਗੇ ਕਿ ਤੁਸੀਂ ਕੀ ਕਰ ਰਹੇ ਹੋ, ਚੀਫ ਮਿਨਿਸਟਰ ਕੀ ਕਹਿ ਰਹੇ ਆ, ਤੁਸੀਂ ਕੀ ਕਹਿ ਰਹੇ ਹੋ, ਕਿੰਨਾ ਕੁ ਤੁਹਾਡੇ ਕੋਲ ਹੁਣ ਤੁਹਾਡੀ ਸਹਿਮਤੀ ਬਣ ਰਹੀ ਹੈ, ਕੋਆਪਰੇਸ਼ਨ ਬਣ ਰਹੀ ਹੈ, ਕੀ ਕਰ ਸਕਦੇ ਹੋ। ਉਹ ਸਾਰੀਆਂ ਗੱਲਾਂ ਨਦਾਰਦ ਨੇ, ਪਰਦੇ ਦੇ ਪਿੱਛੇ ਨੇ। ਜੀ ਸਾਹਮਣੇ ਖਬਰ ਇਹੀ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਨੇ ਹਾਲਾਤ ਦਾ ਪਤਾ ਕੀਤਾ, ਇੰਨੀ ਉਹ ਆ ਰਹੀ ਹੈ। ਉਸ ਹਾਲਾਤ ਹੈ ਕੀ ਸੀਗੇ, ਉਹਨਾਂ ਦੀ ਕਿੰਨੀ ਮੰਗ ਹੈ, ਉਹ ਤੁਸੀਂ ਪੂਰੀ ਕਰਨ ਦਾ ਕਿਵੇਂ ਭਰੋਸਾ ਦਿੱਤਾ, ਕਦੋਂ ਤੱਕ ਦਿੱਤਾ, ਇਹ ਸਾਰੀਆਂ ਚੀਜ਼ਾਂ ਅਜੇ ਤੱਕ ਨਹੀਂ ਸਾਹਮਣੇ ਆ ਰਹੀਆਂ। ਇਸੇ ਕਰਕੇ ਜਦੋਂ ਤੁਸੀਂ ਮੰਨਦੇ ਨਹੀਂ ਹੋ ਕਿ ਸਾਡੇ ਕੰਮਕਾਜ 'ਚ ਕੋਈ ਸਮੱਸਿਆ ਹੈਗੀ ਹੈ, ਜਦੋਂ ਤੁਸੀਂ ਮੰਨਦੇ ਨਹੀਂ ਹੋ ਕਿ ਸਾਡੇ ਸਮੇਂ ਮੁਤਾਬਕ ਅਸੀਂ ਫੈਸਲਾ ਨਹੀਂ ਲੈ ਸਕੇ, ਤਾਂ ਤੁਸੀਂ ਚੀਜ਼ਾਂ ਦਰੁਸਤ ਕਿਵੇਂ ਕਰ ਸਕਦੇ ਹੋ। ਔਰ ਮੰਨਣਾ ਬੜਾ ਜ਼ਰੂਰੀ ਹੈ, ਔਰ ਮੰਨੇ ਤੋਂ ਬਿਨਾਂ, ਪਹਿਲਾਂ ਗਲਤੀ ਸਵੀਕਾਰੇ ਤੋਂ ਬਿਨਾਂ ਅੱਗੇ ਦਰੁਸਤੀ ਸੰਭਵ ਨਹੀਂ ਹੁੰਦੀ। ਇਹ ਆਮ ਜਿਹੜੇ ਸਿਆਣੇ ਲੋਕ ਹਮੇਸ਼ਾ ਹੀ ਕਹਿੰਦੇ ਆ ਰਹੇ ਨੇ, ਅਜੇ ਵੀ ਸਾਡੀ ਸਰਕਾਰ ਮੰਨਣ ਲਈ ਤਿਆਰ ਨਹੀਂ ਹੈ ਇਹ ਗੱਲ। ਜੀ ਹਮੀਰ ਸਿੰਘ ਜੀ, ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਤਾਂ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਜੇਕਰ ਗੱਲ ਕਰੀਏ, ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਵੀ ਜਿਹੜਾ ਹੈ ਕੇਂਦਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਇੱਕ ਪੱਤਰ ਲਿਖ ਕੇ ਕਿਹਾ ਵੀ ਕਿ ਲੋਕਾਂ ਤੋਂ ਜਿਹੜੀ ਅਸਲ ਸੱਚਾਈ ਛੁਪਾਈ ਕਿਉਂ ਜਾ ਰਹੀ ਹੈ, ਅਸਲ ਆંકੜੇ ਕਿਉਂ ਛੁਪਾਏ ਜਾ ਰਹੇ ਨੇ, ਹਾਲਾਤ ਗੰਭੀਰ ਬਣਦੇ ਜਾ ਰਹੇ ਨੇ, ਸਾਨੂੰ ਇਹ ਲੋਕਾਂ ਅੱਗੇ ਸੱਚ ਦੱਸਦੇ ਹੋਏ ਜਿਹੜਾ ਹੈਗਾ ਇਸ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੀਦਾ। ਤੁਸੀਂ ਇਸ ਨੂੰ ਕਿਵੇਂ ਦੇਖੋਗੇ? ਇੰਡੀਅਨ ਮੈਡੀਕਲ ਐਸੋਸੀਏਸ਼ਨ ਲੱਖਾਂ ਡਾਕਟਰਾਂ ਦੀ ਨੁਮਾਇੰਦਗੀ ਕਰਦੀ ਹੈ ਦੇਸ਼ ਦੇ ਵਿੱਚ। ਉਹਨਾਂ ਦਾ ਇਹ ਕਹਿਣਾ ਹੈ ਕਿ ਅਸਲ 'ਚ ਸਰਕਾਰ ਮੈਂ ਨਾ ਮਾਨੂ ਵਾਲੀ ਨੀਤੀ 'ਤੇ ਚੱਲ ਰਹੀ ਹੈ। ਉਹ ਮੰਨਦੀ ਹੋ ਨਹੀਂ, ਨਾ ਕਿਸੇ ਮਾਹਰ ਦਾ ਸੁਝਾਅ ਮੰਨਦੀ ਆ, ਨਾ ਕਿਸੇ ਦਾ। ਉਹਨਾਂ ਨੇ 2-3 ਸੁਝਾਅ ਦਿੱਤੇ ਸੀ, ਜਿਵੇਂ ਆਮ ਹੁਣ ਅੱਜ ਕੱਲ੍ਹ ਵੀ ਸਾਹਮਣੇ ਆ ਰਹੇ ਨੇ। ਉਹ ਕਹਿੰਦੇ ਸੀ ਵੀ ਜੇ ਜਲਦੀ ਟ੍ਰੀਟ ਕਰਨਾ ਤਾਂ ਇੱਕੋ ਦਮ ਕੁਝ ਦਿਨਾਂ ਲਈ ਲੋਕਡਾਊਨ ਕਰ ਦਿਓ ਦੇਸ਼ ਨੂੰ। ਜੀ ਪਹਿਲਾਂ ਤਾਂ ਨਰਿੰਦਰ ਮੋਦੀ ਨੇ ਪਿਛਲੇ ਵਾਰ ਤਾਂ 2 ਮਹੀਨੇ ਆਪ ਹੀ ਕਰਤਾ ਸੀ, ਹੁਣ ਨਹੀਂ ਕੀਤਾ, ਇਹਦੀ ਜ਼ਿੰਮੇਵਾਰੀ ਲਈ। ਉਹ ਕਹਿੰਦੇ ਇਹਨੂੰ ਰੱਦੀ ਦੀ ਚੋਕਰੀ ਛੁੱਟਤਾ ਵੀ ਹੁਣ ਕੋਈ ਗੱਲ ਨਹੀਂ, ਜਿਵੇਂ ਵੀ ਹੁੰਦਾ ਰਾਜ ਆਪਣੇ ਆਪ ਕਰਨਗੇ, ਆਪਣੇ ਆਪ ਸੂਬੇ ਕਰਨਗੇ, ਜੋ ਵੀ ਹੈ। ਦੂਜੀ ਗੱਲ ਉਹ ਇਹ ਕਹਿ ਰਹੇ ਸੀਗੇ ਕਿ ਜਿਹੜੀ ਆਕਸੀਜਨ ਦਾ ਸਵਾਲ ਹੈ, ਆਕਸੀਜਨ ਨੂੰ ਦੇ ਫੈਸਲੇ ਜਿਹੜੇ ਨੇ ਉਹ ਸੋਚ ਸਮਝ ਕੇ ਲਏ ਜਾਣ। ਜਿਹੜਾ ਇਹ ਕਰਤਾ ਕਿ 18 ਤੋਂ 45 ਸਾਲ ਵਾਲੇ ਵੀ ਹੁਣ ਤੁਸੀਂ ਰਾਜ ਸ਼ੁਰੂ ਕਰ ਦਿਓ 1 ਮਈ ਤੋਂ। ਜੀ ਤੁਸੀਂ ਕੋਈ ਹਿਸਾਬ ਨਹੀਂ ਲਾ ਰਹੇ, ਤੁਹਾਡੇ ਕੋਲ ਵੈਕਸੀਨ ਜਿਹੜੀ ਹੈ, ਆਕਸੀਜਨ ਨਹੀਂ ਵੈਕਸੀਨ, ਵੈਕਸੀਨ ਤੁਹਾਡੇ ਕੋਲ ਕਿੰਨੀ ਹੈ, ਕਿੰਨੇ ਲੋਕਾਂ ਨੂੰ ਲੱਗ ਸਕਦੀ ਹੈ, ਕਿੰਨੇ ਸਮੇਂ ਦੇ ਵਿੱਚ, ਇਹਦਾ ਬਿਨਾਂ ਦੇਖੇ ਤੁਸੀਂ ਇੱਕ ਫੈਸਲਾ ਦਾਗਤਾ ਕਿ ਜੀ 1 ਮਈ ਤੋਂ। ਹੁਣ ਉਹ ਰਾਜ ਕਹਿੰਦੇ ਨੇ ਸਾਡੇ ਕੋਲ ਤਾਂ, ਸੂਬੇ ਕਹਿੰਦੇ ਨੇ ਸਾਡੇ ਕੋਲ ਆਈ ਨਹੀਂ, ਅਸੀਂ 1 ਮਈ ਤੋਂ ਸ਼ੁਰੂ ਨਹੀਂ ਕਰ ਸਕਦੇ। ਇਹਦੇ ਨਾਲ ਇੱਕ ਲੋਕਾਂ ਦੇ ਵਿੱਚ ਬਿਨਾਂ ਮਤਲਬ ਦਾ ਇੱਕ ਇਹੋ ਜਿਹਾ ਮਾਹੌਲ ਪੈਦਾ ਹੋ ਰਿਹਾ। ਤੁਹਾਨੂੰ ਕਿਹਨੇ ਕਿਹਾ ਸੀ, ਕਿਸੇ ਮਾਹਰ ਨੇ ਕਿਹਨੇ ਐਡਵਾਈਸ ਕੀਤਾ? ਉਹ ਕਹਿੰਦੇ IMA ਨੇ ਤਾਂ ਇਹ ਸਲਾਹ ਦਿੱਤੀ ਸੀ ਲਗਾਤਾਰ ਵੀ ਇਹ ਨਹੀਂ ਨਾ ਕਰੋ, ਅਜੇ ਤੁਸੀਂ 45 ਸਾਲ ਤੋਂ ਉੱਪਰ ਵਾਲਿਆਂ ਦੇ ਜਿਹੜੀ ਫ੍ਰੀ ਵੈਕਸੀਨੇਸ਼ਨ ਦਾ ਸਿਸਟਮ ਆ ਉਹ ਲਾਉਂਦੇ ਰਹੋ। ਅਤੇ ਉਹਦੀ ਨਹੀਂ ਮੰਨੀ ਗਈ, ਉਹਦੀ ਵੀ ਕੋਈ ਸੁਣਵਾਈ ਨਹੀਂ ਹੋਈ, ਉਹ ਸਾਰੀ ਚੱਕ ਕੇ ਉਸ ਲੈਵਲ 'ਤੇ ਸੁੱਟ ਦਿੱਤੀ ਗਈ ਹੈ। ਅਤੇ ਉਦੋਂ ਅਗਲੀ ਗੱਲ ਇਹ ਸੀਗੀ ਕਿ ਤੁਸੀਂ ਬਾਕੀ ਟੋਟਲ ਮਾਮਲਿਆਂ 'ਚ ਰਾਜਾਂ ਨੂੰ ਆਪਣੇ ਭਰੋਸੇ ਦੇ ਵਿੱਚ ਲਓ, ਅਤੇ ਪੂਰੀ ਜਿਹੜੀ ਡਾਕਟਰੀ ਕਮਿਊਨਿਟੀ ਹੈ ਉਹਨੂੰ ਵੀ ਭਰੋਸੇ ਦੇ ਵਿੱਚ ਲਓ। ਅਗਲੇ ਜਿੰਨੇ ਸਟੈਪ ਤੁਸੀਂ ਕਰਦੇ ਹੋ ਕਿ
ਕਿੰਨੀ ਸਾਨੂੰ ਆਕਸੀਜਨ ਚਾਹੀਦੀ ਹੈ, ਕਿੱਥੇ ਕਿੱਥੇ ਸਾਡੇ ਪਲਾਂਟ ਨੇ, ਕਿੰਨੀ ਬਾਹਰੋਂ ਮੰਗਵਾਈ ਜਾ ਸਕਦੀ ਹੈ, ਕੀ ਚੀਜ਼ਾਂ ਨੇ, ਉਹ ਸਾਰੀਆਂ ਚੀਜ਼ਾਂ ਨੇ। ਅਤੇ ਉਹਦੇ ਵਿੱਚ ਆਕਸੀਜਨ 'ਤੇ GST ਹਟਾਉਣ ਦਾ ਵੀ ਸਵਾਲ ਸੀ। ਜਿਹੜੀ ਤੁਸੀਂ ਬਾਹਰੋਂ ਮੰਗਾਉਂਦੇ ਹੋ ਕਿ ਉਹ GST ਹਟਾ ਦਿਓਗੇ ਤਾਂ ਸੌਖੀ ਮਿਲੂਗੀ ਸਾਰੇ ਲੋਕਾਂ ਨੂੰ ਔਰ ਸਸਤੀ ਵੀ ਸਾਨੂੰ ਪੈ ਜਾਏਗੀ। ਉਹ ਸਾਰੀਆਂ ਚੀਜ਼ਾਂ 'ਤੇ ਉਹ ਕਹਿ ਰਹੇ ਨੇ ਕਿ ਜੋ ਤੁਸੀਂ ਗੱਲ ਹੀ ਨਹੀਂ ਕਰਦੇ। ਇਹਨਾਂ ਚੀਜ਼ਾਂ ਦੇ ਧਿਆਨ ਦੇ ਨਾਲ ਹੀ ਤੁਸੀਂ ਉਹਨਾਂ ਲੋਕਾਂ ਨੂੰ ਉਸ ਮੈਨੇਜਮੈਂਟ 'ਚ ਸ਼ਾਮਲ ਨਹੀਂ ਕਰਦੇ ਕਿ ਕਿੰਨੇ ਸਾਡੇ ਕੋਲ ਟੋਟਲ ਕੇਸ ਨੇ, ਕਿੰਨੀਆਂ ਉਹਦੇ 'ਚੋਂ ਡੈਥ ਹੋ ਰਹੀਆਂ ਨੇ, ਕਿੰਨੀਆਂ ਪਰਸੈਂਟੇਜ, ਕਿੰਨੇ ਅਸੀਂ ਬਚਾ ਰਹੇ ਹਾਂ। ਇਹ ਡਾਟੇ 'ਤੇ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਇਸ ਕਰਕੇ, ਕਿਉਂਕਿ ਉਹ ਤੁਸੀਂ ਕੰਟਰੋਲਡ ਰੱਖਿਆ ਹੋਇਆ। ਬਹੁਤ ਥੋੜ੍ਹੇ ਲੋਕਾਂ ਕੋਲ ਦੱਸਦੇ ਹੋ ਕਿੰਨਾ ਕੀ ਕਰਨਾ, ਕਿੰਨਾ ਨਹੀਂ ਕਰਨਾ, ਇਹ ਅਲੱਗ ਹੈ। ਔਰ IMA ਦਾ ਇਹ ਕਹਿਣਾ ਗੌਰਮੈਂਟ ਦੀ ਕਾਰਗੁਜ਼ਾਰੀ 'ਤੇ ਵੱਡਾ ਸਵਾਲੀਆ ਨਿਸ਼ਾਨ ਹੈ। ਔਰ ਜਾਂ ਗੌਰਮੈਂਟ ਜਵਾਬ ਦੇਵੇ ਠੀਕ ਤਰੀਕੇ ਦੇ ਨਾਲ, ਅਤੇ ਨਹੀਂ ਤਾਂ ਫਿਰ ਕਾਰਵਾਈ ਕਰੇ, ਕਹੇ ਕਿ ਤੁਸੀਂ ਗਲਤ ਕਹਿ ਰਹੇ ਹੋ, ਜੇਕਰ ਉਹ ਗਲਤ ਕਹਿੰਦੇ ਹੋਣ। ਪਰ ਇਹਨਾਂ 'ਤੇ ਕੋਈ ਜਵਾਬ ਨਹੀਂ ਹੈ ਗੌਰਮੈਂਟ ਆਫ ਇੰਡੀਆ ਦਾ। ਇਸ ਕਰਕੇ ਇਹ ਬਹੁਤ ਵੱਡਾ ਸਵਾਲ ਉਸ ਮਾਮਲੇ ਦੇ ਵਿੱਚ ਹੈ। ਔਰ ਅਗਲੀ ਗੱਲ ਉਹ ਇਹ ਕਹਿੰਦੇ ਨੇ ਵੀ ਜਿਹੜਾ ਤੁਸੀਂ ਝੂਠ ਪ੍ਰਚਾਰ ਰਹੇ ਹੋ ਕਿ ਤੁਹਾਨੂੰ ਪਤਾ ਨਹੀਂ ਸੀ ਜਾਂ ਇਹ ਨਹੀਂ ਸੀ, ਇਹ ਤਾਂ ਫਰਵਰੀ ਮਾਰਚ ਤੋਂ ਲੈ ਕੇ ਪਬਲਿਕ ਡੋਮੇਨ ਦੇ ਵਿੱਚ ਸੀ, ਲੋਕਾਂ ਦੇ ਸਾਹਮਣੇ ਸੀ ਸਾਰੀਆਂ ਗੱਲਾਂ ਕਿ ਕਿਵੇਂ ਦੁਨੀਆ ਦੇ ਵਿੱਚ ਆ ਰਿਹਾ, ਕਿਵੇਂ ਦੇਸ਼ ਦੇ ਵਿੱਚ ਆ ਰਿਹਾ। ਤੁਸੀਂ ਉਹਨਾਂ ਆਪਣੇ ਹੋਰਾਂ ਕਾਰਨਾਂ ਕਰਕੇ, ਸਿਆਸੀ ਕਾਰਨਾਂ ਕਰਕੇ ਜਾਂ ਹੋਰ ਕਾਰਨਾਂ ਕਰਕੇ ਤੁਸੀਂ ਆਪਣਾ ਇਹਦੇ ਵੱਲੋਂ ਅੱਖਾਂ ਮੀਚੀ ਰੱਖੀਆਂ ਨੇ। ਇਹ ਸਭ ਤੋਂ ਬੜਾ ਇੱਕ ਐਲੀਗੇਸ਼ਨ ਹੈ, ਇੱਕ ਇਲਜ਼ਾਮ ਹੈ। ਉਸ ਐਸੋਸੀਏਸ਼ਨ ਨੇ ਲਗਾਇਆ ਜਿਹੜੀ ਮੈਡੀਕਲ ਫੀਲਡ ਦੇ ਵਿੱਚ ਸਭ ਤੋਂ ਵੱਡੀ ਐਸੋਸੀਏਸ਼ਨ ਮੰਨੀ ਜਾ ਰਹੀ ਹੈ। ਹਮੀਰ ਸਿੰਘ ਜੀ, ਕੇਂਦਰ ਸਰਕਾਰ ਵੈਕਸੀਨੇਸ਼ਨ ਨੂੰ ਪੇਟੈਂਟ ਕਰਨ ਲਈ ਤਾਂ ਜਿਹੜਾ ਹੈਗਾ ਕਈ ਤਰ੍ਹਾਂ ਦੇ ਕਦਮ ਚੁੱਕ ਰਹੀ ਹੈ। ਜੇਕਰ ਗੱਲ ਕਰੀਏ ਆਕਸੀਜਨ ਦੀ, ਜਿਵੇਂ ਕਿ ਤੁਸੀਂ ਹੁਣੀ ਕਹਿ ਕੇ ਵੀ ਹਟੇ ਹੋ ਵੀ ਕਿ ਆਕਸੀਜਨ 'ਤੇ ਹਾਲੇ ਤੱਕ ਜਿਹੜੀ ਹੈ GST ਵਸੂਲੀ ਜਾ ਰਹੀ ਹੈ, ਅਤੇ ਸੂਬਾ ਸਰਕਾਰਾਂ ਵਾਰ-ਵਾਰ ਮੰਗ ਕਰ ਰਹੀਆਂ ਨੇ ਵੀ ਕਿ ਇਹ ਆਕਸੀਜਨ 'ਤੇ GST ਹਟਾ ਦਿੱਤੀ ਜਾਵੇ। ਤੁਹਾਨੂੰ ਕੀ ਲੱਗਦਾ ਵੀ ਕਿ ਸਰਕਾਰ ਇੱਕ ਪਾਸੇ ਇਹ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਹਲੇ ਵੀ ਜਿਹੜਾ ਹੈ ਕਮਾਈ ਵਾਲੇ ਪਾਸੇ ਦੇਖ ਰਹੀ ਹੈ, ਜਿਵੇਂ GST ਵਸੂਲ ਰਹੀ ਹੈ, ਇਸ ਨੂੰ ਕਿਵੇਂ ਦੇਖੋਗੇ? ਇਹਦੇ 'ਚ ਅਸਲ ਦੇ ਵਿੱਚ ਇਹੀ ਹੈ ਕਿ ਪਿਛਲੇ ਦਿਨਾਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਨੇ ਬਾਈਡਨ ਨੇ ਕਿਹਾ ਸੀ ਕਿ ਕਿਉਂਕਿ ਮਨੁੱਖਤਾ ਦਾ ਸੰਕਟ ਹੈ ਬਹੁਤ ਵੱਡਾ, ਇਸ ਕਰਕੇ ਜੇ ਪੇਟੈਂਟ ਹੈ ਜਿਹੜਾ ਵੈਕਸੀਨ 'ਤੇ, ਜੇ ਉਹ ਨਾ ਰੱਖਿਆ ਜਾਏ, ਇਹਨੂੰ ਇਨਸਾਨੀਅਤ ਲਈ ਬਿਨਾਂ ਪੇਟੈਂਟ ਕਰ ਦਿੱਤਾ ਜਾਏ ਤਾਂ ਉਹ ਸੌਖਾ ਹੈ, ਮਤਲਬ ਇਹਦੇ ਨਾਲ ਨਜਿੱਠਣਾ ਸੌਖਾ ਹੋ ਜਾਏਗਾ। ਔਰ ਇਹਦੇ 'ਤੇ ਵੀ ਕਈ ਜਿਹੜੇ ਕਾਰਪੋਰੇਟ ਅਦਾਰੇ ਨੇ, ਖਾਸ ਤੌਰ 'ਤੇ ਜਿਹੜੇ ਸਾਰੇ ਸਭ ਤੋਂ ਅਮੀਰ ਅਦਾਰੇ ਨੇ, ਬਿਲ ਗੇਟਸ ਵਗੈਰਾ ਵਾਲੇ ਵਰਗੇ ਬੰਦੇ, ਸਭ ਤੋਂ ਰਿਚੈਸਟ ਆਦਮੀ, ਉਹਨਾਂ ਨੇ ਇਹਦਾ ਵਿਰੋਧ ਕੀਤਾ। ਉਹਨਾਂ ਨੇ ਜਾ ਕੇ ਪੇਟੈਂਟ ਕਰਵਾਉਣ ਦੀ ਟਰਾਈ ਕੀਤੀ ਔਰ ਇਸੇ ਕਰਕੇ ਕਿ ਇਹਨੂੰ ਜਾਰੀ ਰੱਖਿਆ ਜਾਣਾ ਚਾਹੀਦਾ, ਇਹਦੇ ਤੋਂ ਬਿਨਾਂ ਤਾਂ ਰਜੀਮ ਹਿੱਲ ਜਾਏਗਾ ਜੀ WTO ਦਾ, ਜਾਂ ਬਾਕੀ ਚੀਜ਼ਾਂ ਹੋ ਜਾਣਗੀਆਂ। ਪਰ ਫਿਰ ਵੀ ਇਹ ਗੱਲ ਚੱਲੀ ਔਰ ਗੱਲ ਚੱਲਦੇ ਚੱਲਦੇ ਭਾਰਤ ਸਰਕਾਰ ਨੇ ਵੀ ਇਹ ਸਟੈਂਡ ਲਿਆ ਅਤੇ ਹੋਰਾਂ ਦੇਸ਼ਾਂ ਨੇ ਵੀ ਲਿਆ। ਉਹਦੇ ਸਭ ਤੋਂ ਬੜਾ ਨੁਕਤਾ ਹੁਣ ਜਿਹੜਾ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਦਾ, ਕਿਉਂਕਿ ਉਹਦਾ ਸਭ ਤੋਂ ਜ਼ਿਆਦਾ ਗ੍ਰਿਪ ਹੈ, ਸਭ ਤੋਂ ਜ਼ਿਆਦਾ ਪ੍ਰਭਾਵ ਹੈ WTO ਦੇ ਵਿੱਚ, ਅਤੇ ਉਹ ਅਜੇ ਪ੍ਰਵਾਨ ਨਹੀਂ ਕਰ ਰਹੇ ਪੇਟੈਂਟ ਦੇ ਮਾਮਲੇ ਦੇ ਵਿੱਚ ਕਿ ਪੇਟੈਂਟ ਹਟਾ ਦਿੱਤਾ ਜਾਵੇ। ਅਤੇ ਉੱਥੇ ਹੁਣ ਪ੍ਰਧਾਨ ਮੰਤਰੀ ਨੇ ਗੱਲ ਕਰਕੇ ਇਹ ਕਿਹਾ ਕਿ ਤੁਸੀਂ ਪੇਟੈਂਟ ਹਟਾਓ। ਪਰ ਦੂਜੇ ਪਾਸੇ ਜਿਹੜੀ ਤੁਹਾਡੇ ਵੱਸ ਦੀ ਗੱਲ ਹੈ ਇਸੇ ਗੱਲ ਨੂੰ ਸੌਖਾ ਕਰਨੀ, ਉਹ ਹੈ GST। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਜਿਹੜੀ ਮਮਤਾ ਬੈਨਰਜੀ ਨੇ ਵੀ ਇੱਕ ਚਿੱਠੀ ਲਿਖੀ ਹੈ ਕਿ ਜਿਹੜੀ ਮਤਲਬ GST ਹਟਾ ਦਿੱਤੀ ਜਾਏ ਆਕਸੀਜਨ ਤੋਂ। ਅਤੇ ਹਾਈ ਕੋਰਟ ਦੇ ਵਿੱਚ ਵੀ ਇੱਕ ਫੈਮਿਲੀ ਗਈ ਹੈ, ਉਹ ਕਹਿੰਦੇ ਨੇ ਕਿ ਘੱਟੋ ਘੱਟ ਜਿਹੜੀਆਂ ਬਾਹਰੋਂ ਅਸੀਂ ਮੰਗਵਾ ਰਹੇ ਹਾਂ, ਇੰਪੋਰਟ ਕਰ ਰਹੇ ਹਾਂ, ਵਿਦੇਸ਼ਾਂ ਤੋਂ ਮੰਗਾ ਰਹੇ ਹਾਂ, ਅਤੇ ਉਹਦੇ 'ਤੇ ਜੇ ਉਹ ਅਸੀਂ ਨਿੱਜੀ ਮੰਗਾ ਰਹੇ ਹਾਂ, ਆਪਣੇ ਲਈ ਆਪਣੇ ਖਰਚੇ 'ਤੇ ਮੰਗਾ ਰਹੇ ਹਾਂ, ਗੌਰਮੈਂਟ ਦਾ ਵੀ ਕੋਈ ਨਹੀਂ, ਉਹਦੇ 'ਤੇ ਤਾਂ GST ਦੀ ਛੂਟ ਦੇ ਦਿਓ ਸਾਨੂੰ, ਤਾਂ ਕਿ ਸਾਨੂੰ ਥੋੜ੍ਹੀ ਸਸਤੀ ਪੈ ਜੇ। ਹਾਲਾਂਕਿ ਗਾਇ ਤਾਂ ਗੌਰਮੈਂਟ ਦੀ ਜ਼ਿੰਮੇਵਾਰੀ ਆਕਸੀਜਨ ਪ੍ਰੋਵਾਈਡ ਕਰਨਾ, ਚਲੋ ਜੇ ਨਹੀਂ, ਜੇ ਕੋਈ ਆਪਣੇ ਲੈਵਲ 'ਤੇ ਵੀ ਮੰਗਵਾਉਣਾ ਚਾਹੁੰਦਾ ਤਾਂ ਉੱਥੇ ਦੇ ਦਿਓ। ਉਹਦੇ 'ਤੇ ਸਰਕਾਰ ਨੇ ਜਵਾਬਨਾਮਾ ਫਾਈਲ ਕੀਤਾ ਕੋਰਟ ਦੇ ਵਿੱਚ, ਅਸੀਂ ਇਹ ਨਹੀਂ ਕਰ ਸਕਦੇ। ਔਰ ਪਿਛਲੇ ਸਮੇਂ 'ਚ ਕੋਰਟ ਦੇ ਦਖਲ ਨਾਲ ਇੱਕ ਗੱਲ ਤਾਂ ਹੋਈ ਸੀ, ਪਹਿਲਾਂ GST 28% ਸੀ ਪਰ ਸਿਲੰਡਰ ਦੇ ਹਿਸਾਬ ਨਾਲ, 28%, ਮਤਲਬ ਜੇ 100 ਰੁਪਏ ਦੀ ਚੀਜ਼ ਹੈ 28 ਤੁਸੀਂ ਲਾਤੇ ਉਹਦੇ 'ਤੇ ਜਾ ਕੇ 128 ਦੀ ਹੋ ਗਈ। ਫਿਰ ਇਹ 12% ਦੀ, ਹੁਣ 12% ਲੱਗ ਰਿਹਾ ਉਹਦੇ 'ਤੇ ਵੀ। 12% ਵੀ ਜੇ ਤੁਸੀਂ ਕਰੋੜਾਂ ਲੱਖਾਂ ਸਿਲੰਡਰ ਵਰਤਣਾ ਹੁੰਦਾ ਤਾਂ ਬਹੁਤ ਵੱਡੀ ਅਮਾਊਂਟ ਉਸ ਤਰੀਕੇ ਨਾਲ ਬਣ ਜਾਂਦੀ ਹੈ। ਔਰ ਤੁਹਾਨੂੰ ਦੋਗਲਾ ਕਿਰਦਾਰ ਨਹੀਂ ਅਪਣਾਉਣਾ ਪਏਗਾ। ਪਹਿਲ ਸਗੋਂ ਜੋ ਤੁਸੀਂ ਕਿਸੇ ਤੋਂ ਮੰਗਦੇ ਹੋ ਰਿਆਇਤ ਜਾਂ ਕੋਈ ਵੀ ਚੀਜ਼, ਪਹਿਲਾਂ ਸ਼ੁਰੂ ਆਪਦੇ ਆਪ ਤੋਂ ਕਰਨੀ ਚਾਹੀਦੀ ਹੈ, ਫਿਰ ਹੀ ਤੁਹਾਡੀ ਗੱਲ 'ਚ ਦਮ ਆਉਂਦਾ। ਤੁਸੀਂ ਕਹਿੰਦੇ ਵੀ ਦੇਖੋ ਅਸੀਂ ਤਾਂ ਜਿੰਨੇ ਜੋਗੇ ਸੀ ਆਹ ਸਾਰੀਆਂ ਚੀਜ਼ਾਂ ਕਰਤੀਆਂ, ਅਸੀਂ ਲੋਕਾਂ ਨੂੰ ਮੁਫਤ ਵੈਕਸੀਨ ਵੀ ਲਾ ਰਹੇ ਹਾਂ, ਅਸੀਂ ਲੋਕਾਂ ਨੂੰ GST ਵੀ ਇਹਦੇ ਤੋਂ ਖਤਮ ਕਰਤੀ ਹੈ, ਜਿਹੜੀ ਵੀ ਬਾਕੀ ਚੀਜ਼ ਹੈ ਉਹ ਸਾਰੀਆਂ ਚੀਜ਼ਾਂ ਕਰਨ ਦਾ ਸਵਾਲ ਹੈ। ਫਿਰ ਤੁਹਾਡਾ ਦਮ ਵੀ ਬਣਦਾ, ਫਿਰ ਦੂਜੀ ਜਗ੍ਹਾ ਤੁਹਾਡਾ ਸ਼ਾਇਦ ਇਖਲਾਕੀ ਅਸਰ ਵੀ ਪੈਂਦਾ। ਅਤੇ ਜੇ ਤੁਸੀਂ ਇਹ ਨਹੀਂ ਕਰੋਗੇ, ਇਕੱਲੇ ਜ਼ੁਬਾਨੀ ਜਮ੍ਹਾਂ ਖਰਚ ਨਾਲ ਕੰਮ ਨਹੀਂ ਚੱਲੂਗਾ। ਅਤੇ ਲੋਕਾਂ ਦੇ ਵਿੱਚ ਗੱਲਾਂ ਅੱਜ ਕੱਲ੍ਹ ਸਾਰੀਆਂ ਜਾ ਰਹੀਆਂ ਨੇ ਲਗਾਤਾਰ, ਸੋਸ਼ਲ ਮੀਡੀਆ ਰਾਹੀਂ ਵੀ, ਬਾਕੀ ਮੀਡੀਆ ਦੇ ਰਾਹੀਂ ਵੀ, ਅਤੇ ਲੋਕਾਂ ਦੇ ਵਿੱਚ ਬੇਭਰੋਸਗੀ ਹੋਰ ਪੈਦਾ ਹੁੰਦੀ ਹੈ। ਜਿਵੇਂ ਜਿਵੇਂ ਬੇਭਰੋਸਗੀ ਪੈਦਾ ਹੁੰਦੀ ਹੈ, ਤਿਵੇਂ ਤਿਵੇਂ ਲੋਕਾਂ ਦੇ ਅੰਦਰ ਡਰ ਪੈਦਾ ਹੁੰਦਾ ਹੈ।
ਜਿਵੇਂ ਡਰ ਪੈਦਾ ਹੁੰਦਾ ਤਾਂ ਉਹਨਾਂ ਨੂੰ ਦਵਾਈ ਮਿਲਣ ਦੇ ਬਾਵਜੂਦ ਉਹਨਾਂ ਦਾ ਠੀਕ ਹੋਣ ਦੇ ਚਾਂਸ ਘਟ ਜਾਂਦੇ ਨੇ, ਕਿਉਂਕਿ ਡਰੇ ਹੋਏ ਮਨੁੱਖ ਦਾ ਪਹਿਲਾਂ ਚੀਜ਼ਾਂ ਡਾਕਟਰ ਤੇ ਦਵਾਈਆਂ 'ਚ ਭਰੋਸਾ ਪੈਦਾ ਹੋਣਾ ਚਾਹੀਦਾ, ਇੱਕ ਵਿਲ ਪਾਵਰ ਪੈਦਾ ਹੁੰਦੀ ਹੈ, ਉਹ ਵਿਲ ਪਾਵਰ ਤੁਹਾਨੂੰ ਠੀਕ ਕਰਨ ਵੱਲ ਲੈ ਕੇ ਜਾਂਦੀ ਹੈ। ਅਤੇ ਸਰਕਾਰੀ ਇਹ ਤੰਤਰ ਦੇ ਇਹੋ ਜਿਹੇ ਜਿਹੜੇ ਫੈਸਲੇ ਨੇ ਡਗਮਗਾਉਂਦੇ, ਉਹ ਭਰੋਸਾ ਤੋੜਦੇ ਨੇ ਲੋਕਾਂ ਦਾ। ਇਹ ਬਹੁਤ ਵੱਡਾ ਸਵਾਲ ਹੀ ਹੈ। ਸਭ ਤੋਂ ਬੜਾ ਕੁਐਸਚਨ ਹੀ ਇਹ ਹੈ ਕਿ ਸਰਕਾਰਾਂ ਭਰੋਸਾ ਬਹਾਲ ਕਰਨ 'ਚ ਅਜੇ ਤੱਕ ਨਾਕਾਮਯਾਬ ਦਿਖਾਈ ਦਿੰਦੀਆਂ ਨੇ। ਜੀ ਹਮੀਰ ਸਿੰਘ ਜੀ, ਜਿਵੇਂ ਤੁਸੀਂ ਗੱਲ ਕਰੀਏ ਸਰਕਾਰਾਂ ਦੀ ਕਾਰਗੁਜ਼ਾਰੀ ਦੀ, ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣਾ, ਜੋ ਕਿ ਨਹੀਂ ਦੇ ਪਾ ਰਹੀਆਂ। ਸਿਹਤ ਸਹੂਲਤਾਂ ਲਈ ਹਾਹਾਕਾਰ ਮਚਿਆ ਹੋਇਆ ਦੇਸ਼ ਦੇ ਭਰ ਦੇ ਵਿੱਚ। ਸਰਕਾਰਾਂ ਲਾ ਰਹੀਆਂ ਨੇ ਲੋਕਡਾਊਨ, ਚਾਹੇ ਉਹ ਸੂਬਾ ਸਰਕਾਰਾਂ ਆਪਣੇ ਲੈਵਲ 'ਤੇ ਲਾ ਰਹੀਆਂ ਨੇ, ਕਿਉਂਕਿ ਕੇਂਦਰ ਨੇ ਸਾਰੀ ਜ਼ਿੰਮੇਵਾਰੀ ਸੂਬਿਆਂ 'ਤੇ ਸੁੱਟ ਦਿੱਤੀ ਹੈ। ਉਹਨਾਂ ਲੋਕਡਾਊਨ ਦਾ ਵੀ, ਤਾਲਾਬੰਦੀਆਂ ਦਾ ਵੀ ਜਿਹੜਾ ਹੈਗਾ ਵਿਰੋਧ ਹੋ ਰਿਹਾ। ਵਪਾਰੀ ਜਿਹੜੇ ਹੈਗੇ ਸੜਕਾਂ 'ਤੇ ਉਤਰ ਰਹੇ ਨੇ, ਕਿਸਾਨ ਉਹਨਾਂ ਦੀ ਹਮਾਇਤ ਕਰ ਰਹੇ ਨੇ। ਜਿਹੋ ਜਿਹੇ ਇਹ ਹਾਲਾਤ ਬਣੇ ਹੋਏ ਨੇ, ਕਿਵੇਂ ਮਤਲਬ ਤੁਸੀਂ ਕਿਵੇਂ ਦੇਖਦੇ ਹੋ ਸਰਕਾਰ ਇਹਨੂੰ ਰੋਕਥਾਮ ਲਈ ਕਰੋਨਾ ਵਾਇਰਸ ਦੀ ਕਾਮਯਾਬ ਹੋ ਸਕੇਗੀ, ਨਹੀਂ ਹੋ ਸਕੇਗੀ? ਇਹਦੇ ਵੀ ਅਸਲ 'ਚ ਦੋ ਕਾਰਨ ਨੇ। ਇੱਕ ਕਾਰਨ ਤਾਂ ਇਹੀ ਹੈ ਕਿ ਜਿਹੜੀ ਇਹ ਕਲਾਸ ਹੈ ਜਿਹਦੇ ਕੋਲ 2-4 ਮਹੀਨੇ ਬੰਦ ਕਾਰੋਬਾਰ ਰੱਖਣ ਤੋਂ ਪੈਸੇ ਹੈਗੇ ਨੇ, ਕੋਈ ਪ੍ਰੋਬਲਮ ਨਹੀਂ ਹੈ, ਉਹਨੂੰ ਜਾਨ ਆਪਣੀ ਨੰਬਰ 1 ਲੱਗਦੀ ਹੈ। ਉਹ ਫੋਰਸ ਕਰ ਰਹੇ ਨੇ ਕਿ ਲੋਕਡਾਊਨ ਲਾਓ, ਲੋਕਡਾਊਨ ਹੀ ਕੋਈ ਇਲਾਜ ਹੈ, ਸਾਰੇ ਲੋਕ ਇਹ ਕਹਿ ਰਹੇ ਨੇ। ਦੇਸ਼ ਦੀ ਬਹੁਤ ਵੱਡੀ ਆਬਾਦੀ ਇਹੋ ਜਿਹੀ ਵੀ ਹੈ ਜਿਹੜੀ ਆਬਾਦੀ ਕੋਲ ਖਾਣ ਪੀਣ ਬਾਕੀ ਚੀਜ਼ਾਂ ਜ਼ਿੰਦਗੀ ਚਲਾਉਣ ਲਈ ਨਹੀਂ ਹੈ ਜੀ। ਇਸੇ ਲਈ ਆ ਪਿਛਲੀ ਗੱਲ ਜਿਹੜੀ ਇੱਕ ਰਿਪੋਰਟ ਆਈ ਸੀ, ਉਹ ਕਹਿੰਦੇ ਨੇ ਕਿ 23 ਕਰੋੜ ਬੰਦੇ ਜਿਹੜੇ ਨੇ ਉਹ ਗਰੀਬੀ ਦੀ ਰੇਖਾ ਤੋਂ ਹੇਠਾਂ ਚਲੇ ਗਏ ਨੇ, ਹੋਰ ਸਾਡੇ ਜਿਹੜੇ ਦੇਸ਼ ਦੇ ਨੇ, ਅਤੇ ਉਹ ਭੁੱਖਮਰੀ ਦਾ ਸ਼ਿਕਾਰ ਹੋ ਕੇ ਮਰਨ ਕਿਨਾਰੇ ਜਾ ਰਹੇ ਨੇ। ਅਤੇ ਇਸੇ ਕਰਕੇ ਇੱਕ ਤਾਂ ਗੱਲ ਇਹ ਹੈ ਕਿ ਉਹਨਾਂ ਦੀ ਸਮੱਸਿਆ ਨੂੰ ਵੀ ਦੇਖਣਾ ਪਏਗਾ। ਜੇ ਤੁਸੀਂ ਲੋਕਡਾਊਨ ਸਫਲ ਬਣਾਉਣਾ ਹੈ, ਉਹਨਾਂ ਨੂੰ ਘੱਟੋ ਘੱਟ ਕੋਈ ਕੈਸ਼ ਉਹਨਾਂ ਦੇ ਖਾਤਿਆਂ 'ਚ ਪਾਉਣ ਦੀ ਗੱਲ, ਕੋਈ ਉਹਨਾਂ ਤੱਕ ਰੋਜੀ ਰੋਟੀ ਦਾ ਪ੍ਰਬੰਧ ਕਰਨ ਦੀ ਗੱਲ, ਇਹ ਬਹੁਤ ਜ਼ਰੂਰੀ ਹੈ। ਇਹਦੇ ਤੋਂ ਬਿਨਾਂ ਸਫਲਤਾ ਨਹੀਂ ਮਿਲਦੀ ਹੁੰਦੀ। ਜੇ ਬੰਦੇ ਮਰ ਹੀ ਰਹੇ ਨੇ, ਕਿਸੇ ਹੋਰ ਤਰੀਕੇ ਨਾਲ ਮਰ ਰਹੇ ਨੇ, ਤਾਂ ਉਹ ਬੰਦਾ ਕਿਵੇਂ ਮੰਨੂਗਾ ਤੁਹਾਡਾ ਲੋਕਡਾਊਨ, ਜਿਹੜਾ ਕਹਿੰਦਾ ਮੈਂ ਉੱਧਰ ਵੀ ਮਰ ਰਿਹਾ ਇੱਧਰ ਵੀ ਮਰ ਰਿਹਾ। ਅਤੇ ਇਹ ਬਹੁਤ ਵੱਡਾ ਇੱਕ ਲੌਜਿਕ ਹੈ। ਇਹਦੇ ਤੋਂ ਬਿਨਾਂ, ਇਸ ਦਲੀਲ ਨੂੰ ਹੱਲ ਕਰੇ ਤੋਂ ਬਿਨਾਂ ਤੁਸੀਂ ਜ਼ਬਰਦਸਤੀ ਨਹੀਂ ਕਰ ਸਕਦੇ ਕਦੇ। ਅਤੇ ਦੂਜੀ ਗੱਲ ਇਹ ਹੈ ਵੀ ਸਰਕਾਰਾਂ 'ਤੇ ਅਜੇ ਤੱਕ ਲੋਕਾਂ ਦਾ ਭਰੋਸਾ ਹੀ ਨਹੀਂ ਵੱਝ ਰਿਹਾ ਵੀ ਖਬਰ ਹੈ ਸਰਕਾਰਾਂ ਜਾਣ ਬੁੱਝ ਕੇ ਨਾ ਕਰਦੀਆਂ ਹੋਣ। ਉਹ ਤਾਂ ਜੇ ਉੱਥੇ ਬੈਠੇ ਇਕੱਲੇ ਇਹੀ ਕਰਦੇ ਨੇ, ਦੱਸੋ ਕਿੱਥੇ ਨੇ ਸਾਡੇ ਕਾਰੋਬਾਰ ਬੰਦ। ਅਗਲਾ ਕਹਿੰਦਾ ਵੀ ਮੈਂ ਤਾਂ ਬੈਠਾ ਅਤੇ ਮੈਂ ਇਕੱਲਾ ਦੁਕਾਨ 'ਚ ਬੈਠਾ, ਮੇਰੇ 'ਤੇ ਤੁਸੀਂ ਇਹ ਲਾ ਸਕਦੇ ਹੋ ਕਿ ਤੂੰ ਇਕੱਲਾ ਰਹਿਣਾ, ਇੱਕ ਅੱਧੇ ਬੰਦੇ ਤੋਂ ਵੱਧ ਨਹੀਂ ਵੜਨ ਦੇਣਾ, ਮਾਸਕ ਲਾ ਕੇ ਰੱਖਣਾ, ਭੀੜ ਨਹੀਂ ਕਰਨੀ ਇੱਥੇ, ਉਹਨੂੰ ਮੈਂ ਮੰਨਣ ਲਈ ਤਿਆਰ ਹਾਂ। ਜੇ ਮੈਂ ਉਹਦੇ 'ਚ ਉਲੰਘਣਾ ਕਰਦਾ, ਮੇਰੇ ਖਿਲਾਫ ਕਾਰਵਾਈ ਕਰੋ। ਬਿਲਕੁਲ। ਪਰ ਜੇਕਰ ਮੈਂ ਉਹਦਾ ਉਲੰਘਣਾ ਨਹੀਂ ਕਰਦਾ, ਬਾਕੀ ਚੀਜ਼ਾਂ ਨਹੀਂ ਕਰਦਾ, ਤਾਂ ਤੁਸੀਂ ਕਿਉਂ ਇਹ ਕਰਦੇ? ਅਤੇ ਉਦੋਂ ਤੀਜੀ ਗੱਲ ਇਹ ਹੈ ਕਿ ਸਾਨੂੰ ਨਾ ਲੋਕਡਾਊਨ ਦੇ ਵੱਲ 'ਚ ਬਾਕੀ ਮਾਮਲਿਆਂ ਦੇ ਵਿੱਚ ਵੀ ਸਾਡੀਆਂ ਸੰਸਥਾਵਾਂ ਬਾਰੇ ਦੇਖਣਾ ਬਹੁਤ ਜ਼ਰੂਰੀ ਹੁੰਦਾ। ਜਿਹੜਾ ਤਾਂ ਪੱਛਮ ਦੀਆਂ ਪੁਲਿਸ ਤੰਤਰ ਹੈ, ਅਮਰੀਕਾ ਅਤੇ ਯੂਰਪ ਅਤੇ ਕੈਨੇਡਾ ਦਾ, ਉਹ ਪੁਲਿਸ ਦਾ ਤੰਤਰ, ਉਹਨਾਂ ਦੀ ਟ੍ਰੇਨਿੰਗ, ਉਹਨਾਂ ਦਾ ਸਾਰਾ ਸਿਸਟਮ ਲੋਕਾਂ ਦੀ ਸਹਾਇਤਾ ਲਈ ਹੈ। ਸਾਡਾ ਜਿਹੜਾ ਪੁਲਿਸ ਤੰਤਰ ਹੈ ਜੇ ਉਹ ਬਸਤੀਵਾਦੀ ਹੈ, ਉਹਨੂੰ ਡੰਡੇ ਦੀ ਜ਼ੁਬਾਨ ਤੋਂ ਬਿਨਾਂ ਜ਼ੁਬਾਨ ਹੀ ਨਹੀਂ ਆਉਂਦੀ। ਅਤੇ ਜਦੋਂ ਤੁਸੀਂ ਇਹੋ ਜਿਹਾ ਫੈਸਲਾ ਕਰ ਦਿੰਦੇ ਹੋ ਸਖਤ, ਤਾਂ ਤੁਸੀਂ ਸਮਝ ਲਓ ਕਿ ਪੁਲਿਸ ਦੇ ਹੱਥ 'ਚ ਰਾਜ ਦੇਤਾ। ਪੁਲਿਸ ਫਿਰ ਕੀ ਕਰਦੀ ਆ? ਉਹ ਵੀ ਕੋਈ ਰਸੂਖ ਵਾਲੇ ਬੰਦਿਆਂ ਨੂੰ ਤਾਂ ਨਹੀਂ ਕੁਝ ਕਹਿੰਦੀ, ਉਹ ਤਾਂ 4 ਪੈਸੇ ਲੈ ਕੇ ਹਟ ਜਾਊਗੀ। ਉਹ ਫਿਰ ਰੇਹੜੀ ਵਾਲੇ, ਫੜੀ ਵਾਲੇ, ਛੋਟੇ ਦੁਕਾਨਦਾਰ, ਸਭ ਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਹੈ। ਅਤੇ ਜਦੋਂ ਕੁੱਟੇ ਜਾਂਦੇ ਨੇ, ਅੱਜ ਕੱਲ੍ਹ ਵੀਡੀਓ ਅਤੇ ਬਾਕੀ ਦਾ ਜ਼ਮਾਨਾ ਹੈ, ਉਹ ਵੀਡੀਓ ਚੱਲਦੀਆਂ ਨੇ, ਤਾਂ ਲੋਕਾਂ ਅੰਦਰ ਪੁਲਿਸ ਦੇ ਬਾਰੇ ਔਰ ਸਰਕਾਰਾਂ ਦੇ ਬਾਰੇ ਨਫ਼ਰਤ ਪੈਦਾ ਹੋਣੀ ਸੁਭਾਵਿਕ ਹੋ ਜਾਂਦੀ ਹੈ। ਔਰ ਉਹ ਤੁਰੰਤ ਤੁਸੀਂ ਚਲਾ ਰਹੇ ਹੋ। ਜਦ ਤੱਕ ਪੁਲਿਸ ਨੂੰ ਅਤੇ ਉਹਨੂੰ ਇਸ ਲੈਵਲ ਦਾ ਪ੍ਰਬੰਧ ਕਰੋ ਕਿ ਉਹ ਕਾਨੂੰਨ ਲਾਗੂ ਕਰੇ ਲੋਕਾਂ ਦੀ ਰਾਏ ਨਾਲ, ਲੋਕਾਂ ਦੀ ਸਹਿਮਤੀ ਨਾਲ, ਲੋਕਾਂ ਨੂੰ ਇਨਵੋਲਵ ਕਰਕੇ ਵਿੱਚ। ਇਹ ਇਨਵੋਲਵਮੈਂਟ ਐ ਨਹੀਂ ਹੋ ਸਕਦੀ ਤੁਸੀਂ ਚੰਡੀਗੜ੍ਹ ਅਤੇ ਦਿੱਲੀ 'ਚ ਬੈਠੇ ਫੈਸਲੇ ਕਰ ਲਓ। ਇਹ ਇਨਵੋਲਵਮੈਂਟ ਲੋਕਾਂ ਦੇ ਲੋਕਲ ਆਗੂਆਂ ਨੂੰ, ਚਾਹੇ ਉਹ ਗੈਰ ਸਰਕਾਰੀ ਸੰਸਥਾਵਾਂ ਦੇ ਨੇ, ਚਾਹੇ ਉਹ ਜਨਤਕ ਜਥੇਬੰਦੀਆਂ ਦੇ ਨੇ। ਜੇ ਸਰਕਾਰਾਂ ਇੰਨੀਆਂ ਗੰਭੀਰ ਹੋਣ ਤਾਂ ਮੈਨੂੰ ਤਾਂ ਇਹ ਲੱਗਦਾ ਕਿ ਕਿਉਂ ਨਾ ਇਹ ਪ੍ਰਬੰਧ ਕਰ ਦੇਣ ਕਿ ਜਿਵੇਂ ਐਡੇ ਲੱਖਾਂ ਦੀ ਗਿਣਤੀ 'ਚ ਕਿਸਾਨ ਬੈਠੇ ਨੇ। ਹੁਣ ਉਹਨਾਂ ਨੇ ਫੈਸਲਾ ਵੀ ਕੀਤਾ ਹੋਇਆ ਕਿ 10 ਤਰੀਕ ਨੂੰ ਵੱਡਾ ਕਾਫਲਾ ਜਾਏਗਾ, 11 ਨੂੰ ਜਾਏਗਾ, 12 ਨੂੰ ਜਾਏਗਾ। ਤੁਹਾਨੂੰ ਇਹ ਲੱਗ ਰਿਹਾ ਕਿ ਬਹੁਤ ਬੜਾ ਸੰਕਟ ਹੈ ਅਤੇ ਅਸੀਂ ਤਾਂ ਲੋਕਡਾਊਨ ਨੂੰ ਲਾਉਣ ਨੂੰ ਫਿਰਦੇ ਹਾਂ, ਤੁਸੀਂ ਇੰਨੇ ਇਕੱਠੇ ਜਾਓਗੇ, ਇਹਦੇ ਨਾਲ ਤਾਂ ਮਨੁੱਖਤਾ ਮਰ ਜਾਏਗੀ, ਤੁਸੀਂ ਵੀ ਮਰ ਜਾਓਗੇ, ਤੁਸੀਂ ਮੇਰੇ ਦੇਸ਼ ਦੇ ਨਾਗਰਿਕ ਹੋ। ਅਤੇ ਜੇ ਇੰਨੀ ਜ਼ਿਆਦਾ ਸੰਵੇਦਨਸ਼ੀਲਤਾ, ਤਾਂ ਉਹ ਕਹਿ ਦੇ ਕਿ ਜਿੰਨਾ ਚਿਰ ਸਾਡੀ ਸਰਕਾਰ ਹੈ 2024 ਤੱਕ ਅਸੀਂ ਇਹ ਵਾਪਸ ਲੈਂਦੇ ਹਾਂ ਕਾਨੂੰਨ, ਤੁਸੀਂ ਜਾਓ,
ਸਹਿਮਤੀ ਕਰੋ ਸਾਡੇ ਨਾਲ, ਪਿੰਡਾਂ 'ਚ ਜਾ ਕੇ ਵੀ ਲੋਕਾਂ ਨੂੰ ਸਮਝਾਓ, ਸ਼ਹਿਰ ਦੇ ਵਿੱਚ ਵੀ ਸਮਝਾਓ ਤਾਂ ਕਿ ਸਹਿਯੋਗ ਕਰਨ ਆਪਸ ਦੇ ਵਿੱਚ। ਫਿਰ ਕਿਸਾਨ ਝੰਡਾ ਲੈ ਕੇ ਬਾਜ਼ਾਰ 'ਚ ਦੁਕਾਨਦਾਰ ਨੂੰ ਇਹ ਨਹੀਂ ਕਹੂਗਾ ਦੁਕਾਨ ਖੋਲ੍ਹ ਅਸੀਂ ਤੇਰੇ ਨਾਲ ਖੜੇ ਹਾਂ, ਫਿਰ ਉਹ ਇਹ ਕਹੇਗਾ ਗਵਰਨਮੈਂਟ ਸਾਡੇ ਬਾਰੇ ਵੀ ਸੋਚ ਰਹੀ ਹੈ, ਸਾਰਿਆਂ ਬਾਰੇ, ਆਓ ਆਪਾਂ ਵੀ ਸਹਿਯੋਗ ਕਰਦੇ ਹਾਂ। ਤੁਸੀਂ ਸਹਿਯੋਗ ਕਰਨ ਵਾਲਾ ਇੱਕ ਮਾਹੌਲ ਤਾਂ ਪੈਦਾ ਕਰੋ ਨਾ, ਇੱਕ ਵਾਤਾਵਰਨ ਤਾਂ ਪੈਦਾ ਕਰੋ। ਤੁਸੀਂ ਡੰਡੇ ਨਾਲ ਵਾਤਾਵਰਨ ਨਹੀਂ ਬਣਾ ਸਕਦੇ ਉਸ ਪੱਧਰ ਦਾ। ਇਹ ਜਿਹੜੀ ਇੱਕ ਪਾਲਿਸੀ ਦਾ ਸਵਾਲ ਹੈ, ਜਿਹੜੀ ਸੋਚ ਪ੍ਰਣਾਲੀ ਦਾ ਸਵਾਲ ਹੈ, ਉਹਨੂੰ ਬਦਲਣਾ ਬਹੁਤ ਜ਼ਰੂਰੀ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।